ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਸ਼੍ਰੀ ਨਾਨਕ ਪਾਦ ਪੰਕਜ ਬੰਧਨ ਪਾਦ ਪੰਕਜ ਬੰਧਨਾ ਸਿਮਰੋ ਅੰਗਦ ਦੋਖ ਨਿਕੰਦਨਾ ਅਮਰਦਾਸ ਗੁਰ ਹਿਰਦੇ ਧਿਆਵੋ ਹਿਰਦੇ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ ਸ਼੍ਰੀ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ। ਹਰਿ ਗੋਬਿੰਦ ਸੁਭ ਸਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਤ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਚੌਪਈ ਬਦੀ ਖਿਆਲ ਨਿਸਬਾਸੁਰ ਮਾਹੀ ਕਰਤ ਰਹਿਤ ਕੁਛ ਜਾਣਤ ਨਾਹੀ। ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀਆਂ ਭਰ ਰਹੇ ਸਤਿਕਾਰਯੋਗ ਸਤਸੰਗੀ ਜਨੋ, ਦੋਵੇਂ ਹੱਥ ਜੋੜ ਕੇ ਸਾਹਿਬਾਂ ਨੂੰ ਸੀਸ ਝੁਕਾਉਂਦਿਆਂ ਹੋਇਆ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੋਜ਼ਾਨਾ ਦੇ ਨੇਮ ਦੇ ਮੁਤਾਬਕ ਆਪ ਜੀ ਨੇ ਗੁਰੂ ਪਿਆਰਿਆਂ ਪਾਸੋਂ ਸਤਿਗੁਰਾਂ ਜੀ ਦੇ ਬਖਸ਼ਿਸ਼ ਕੀਤੇ ਹੋਏ ਸਾਜ਼ਾਂ ਦੇ ਨਾਲ ਸਤਿਗੁਰਾਂ ਜੀ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਸਰਵਣ ਕੀਤੇ ਨੇ। ਉਪਰੰਤ ਚੱਲ ਰਹੀ ਲੜੀਵਾਰ ਕਥਾ ਦੇ ਤਹਿਤ ਆਪ ਜੀਆਂ ਦੇ ਨਾਲ ਵਿਚਾਰਾ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਪਿਛਲੇ ਕੁਝ ਦਿਨਾਂ ਤੋਂ ਅਸੀਂ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਵਿੱਚੋਂ ਜੋ ਪੂਰਵ ਰਾਤ ਅਧਿਆਇ ਦਾ 8ਵਾਂ ਪ੍ਰਸੰਗ ਹੈ, ਜਿਸ ਵਿੱਚ ਪਾਤਸ਼ਾਹ ਜੀ ਨੂੰ ਮੌਲਵੀ ਦੇ ਕੋਲ ਵਿੱਦਿਆ ਹਾਸਲ ਕਰਨ ਦੇ ਵਾਸਤੇ ਭੇਜਿਆ ਜਾਂਦਾ ਹੈ, ਉਸ ਪ੍ਰਸੰਗ ਦੀ ਅਸੀਂ ਵਿਚਾਰ ਪਿਛਲੇ ਦੀਵਾਨਾਂ ਤੱਕ ਕੁਝ ਸਰਵਣ ਕਰਦੇ ਆ ਰਹੇ ਹਾਂ, ਜਿਸ ਦੇ ਵਿੱਚ ਪਾਤਸ਼ਾਹ ਜੀ ਮੌਲਵੀ ਨੂੰ
ਉਪਦੇਸ਼ ਬਖਸ਼ਿਸ਼ ਕਰਦੇ ਨੇ, ਬਚਨ ਸੁਣਾਉਂਦੇ ਨੇ, ਤੇ ਮੌਲਵੀ ਉਹ ਬਚਨ ਧਾਰਨ ਕਰਕੇ, ਸਰਵਣ ਕਰਕੇ ਜਿੱਥੇ ਪਾਤਸ਼ਾਹ ਜੀ ਦਾ ਸ਼ੁਕਰਾਨਾ ਕਰਦਾ ਹੈ ਉੱਥੇ ਪਾਤਸ਼ਾਹ ਜੀ ਦੀ ਜੈ ਜੈਕਾਰ ਵੀ ਕਰਦਾ ਹੈ, ਉਹਨਾਂ ਦੇ ਚਰਨਾਂ ਦੇ ਵਿੱਚ ਢਹਿ ਪੈਂਦਾ ਹੈ, ਨਮਸਕਾਰਾਂ ਕਰਦਾ ਹੈ। ਤੇ ਨਾਲ ਹੀ ਨਾਲ ਉਹ ਬਚਨ ਜਦੋਂ ਆਪਣੇ ਹਿਰਦੇ ਦੇ ਅੰਦਰ ਧਾਰਨ ਕਰਦਾ ਹੈ, ਨਾਲ ਹੀ ਨਾਲ ਪ੍ਰਣ ਵੀ ਕਰਦਾ ਵੀ ਅੱਜ ਤੋਂ ਮੈਂ ਬੁਰਿਆਈ ਛੱਡੀ। ਜੋ ਕੁਝ ਵੀ ਤੁਸੀਂ ਆਖਦੇ ਹੋ ਬਿਲਕੁਲ ਸੱਚ ਹੈ। ਇਸ ਦੇ ਨਾਲ ਹੀ ਸਾਰੀ ਪ੍ਰਕਿਰਤੀ ਜਿਹੜੀ ਹੈ ਉਹ ਚੱਲਦੀ ਹੈ। ਤੇ ਫਿਰ ਇਸੇ ਤਰ੍ਹਾਂ ਪਾਤਸ਼ਾਹ ਜੀ ਦੇ ਸਨਮੁਖ ਬੇਨਤੀ ਕਰਦਾ ਹੈ ਕਿ ਮੈਨੂੰ ਹੋਰ ਬਚਨ ਬਖਸ਼ਿਸ਼ ਕਰਕੇ ਨਿਹਾਲ ਕਰੋ। ਮੇਰੇ ਮਨ ਦੇ ਵਿੱਚ ਟਿਕਾ ਆਉਂਦਾ ਤੁਹਾਡੀ ਸਿਫਤ ਸਲਾਹ ਸੁਣ ਕੇ। ਫਿਰ ਪਾਤਸ਼ਾਹ ਜੀ ਨੇ ਉਸ ਨੂੰ ਧੀਰਜ ਦੇਣ ਵਾਸਤੇ ਜੋ ਪਾਤਸ਼ਾਹ ਜੀ ਤਿਲੰਗ ਰਾਗ ਦੇ ਵਿੱਚ ਸ਼ਬਦ ਉਚਾਰਨ ਕਰਦੇ ਨੇ, ਉਸ ਸ਼ਬਦ ਦਾ ਤੀਸਰਾ ਪਦਾ ਪਾਤਸ਼ਾਹ ਜੀ ਉਚਾਰਨ ਕਰਦੇ ਨੇ ਤੇ ਸਮਝਾਉਣਾ ਕਰਦੇ ਨੇ ਕਿ ਮਨੁੱਖ 4 ਦਿਨ ਦੇ ਲਾਲਚ ਦੇ ਵਿੱਚ ਭਟਕਦਾ ਹੈ। 4 ਦਿਨਾਂ ਦੇ ਲਾਲਚ ਦੇ ਖਾਤਰ ਭਟਕਦਾ ਫਿਰਦਾ ਹੈ ਤੇ ਮਨ ਦੇ ਵਿੱਚ ਪਤਾ ਨਹੀਂ ਕੀ ਕੁਝ ਚਿਤਾਰਦਾ ਰਹਿੰਦਾ ਹੈ, ਕੀ ਕੁਝ ਸੋਚਦਾ ਰਹਿੰਦਾ ਉਸ ਲਾਲਚ ਦੀ ਪੂਰਤੀ ਦੇ ਖਾਤਰ। ਤੇ ਇਸੇ ਤਰ੍ਹਾਂ ਕਹਿੰਦੇ ਉਹ ਮਨੁੱਖ ਜ਼ਿੰਦਗੀ ਦੇ ਵਿੱਚ ਕੁਝ ਵੀ ਚੰਗਾ ਕਰਨ ਬਾਰੇ ਨਹੀਂ ਸੋਚਦਾ। ਜਦੋਂ ਮਨ ਦੇ ਵਿੱਚ ਲਾਲਚ ਵਾਲੀ ਬਿਰਤੀ ਆ ਗਈ, ਮਨ ਦੇ ਵਿੱਚ ਵਿਕਾਰ ਹਾਵੀ ਹੋ ਗਏ, ਪਾਤਸ਼ਾਹ ਜੀ ਕਹਿੰਦੇ ਉਸ ਦੇ ਕੋਲ ਫਿਰ ਹੋਰ ਕੁਝ ਵੀ ਸੋਚਣ ਨੂੰ ਨਹੀਂ ਬਚਦਾ। ਭਾਵ ਇਹੋ ਜਿਹੇ ਵਿਕਾਰਾਂ ਦੇ ਵਸ ਪੈ ਕੇ ਮਨੁੱਖ ਦੀ ਅਵਸਥਾ ਇੱਥੋਂ ਤੱਕ ਹੀ ਕੰਮ ਕਰਦੀ ਹੈ। ਇੱਥੋਂ ਤੱਕ ਦਾ ਪ੍ਰਸੰਗ ਅਸੀਂ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਸਰਵਣ ਕਰ ਚੁੱਕੇ ਹਾਂ। ਆਓ ਅਗਲਾ ਪ੍ਰਸੰਗ ਆਰੰਭ ਕਰਨ ਤੋਂ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸੀਸ ਝੁਕਾਉਂਦਿਆਂ ਹੋਇਆਂ ਆਪਣੀ ਰਸਨਾ ਤੋਂ ਦੋਵੇਂ ਹੱਥ ਜੋੜ ਕੇ ਉਚਾਰਨ ਕਰੋ ਜੀ। ਆਖੋ ਜੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਚੌਪਈ ਬਦੀ ਖਿਆਲ ਨਿਸਬਾ ਸੁਰਮਾਹੀ, ਕਰਤ ਰਹਿਤ ਕਛ ਜਾਣਤ ਨਾਹੀ। ਪਾਤਸ਼ਾਹ ਜੀ ਹੁਣ ਉਸ ਮੌਲਵੀ ਨੂੰ ਸਮਝਾਉਣਾ ਕਰਦੇ ਨੇ। ਕਹਿੰਦੇ ਕਿ ਮਨੁੱਖ ਦਿਨ ਰਾਤ ਹਰ ਵੇਲੇ ਭੈੜਿਆਂ ਖਿਆਲਾਂ ਦੇ ਵਿੱਚ ਉਲਝਿਆ ਰਹਿੰਦਾ ਹੈ। ਨਿਸਬਾਸਰ ਦਾ ਭਾਵ ਹੁੰਦਾ ਦਿਨ ਰਾਤ, ਤੇ ਇਸੇ ਤਰ੍ਹਾਂ ਉਸ ਦੇ ਵਿੱਚ ਭੈੜਿਆਂ ਖਿਆਲਾਂ ਦੇ ਵਿੱਚ ਗਰਸਿਆ ਰਹਿੰਦਾ ਹੈ। ਕਰਤ ਰਹਿਤ ਕਛ ਜਾਣਤ ਨਹੀਂ। ਇਹਨਾਂ ਭੈੜਿਆਂ ਖਿਆਲਾਂ ਦੇ ਕਾਰਨ ਆਪਣੀ ਜ਼ਿੰਦਗੀ ਦੇ ਵਿੱਚ ਰੋਜ਼ਾਨਾ ਉਹ ਕੁਝ ਕਰਦਾ ਹੈ ਨਾ, ਜਿਸ ਬਾਰੇ ਉਹ ਕੁਝ ਜਾਣਦਾ ਵੀ ਨਹੀਂ ਵੀ ਜੋ ਕੁਝ ਮੈਂ ਕਰ ਰਿਹਾ ਮੇਰੇ ਲਈ ਚੰਗਾ ਹੈ ਜਾਂ ਮਾੜਾ ਹੈ। ਇਸ ਦੇ ਬਾਬਤ ਉਹ ਸੋਚਦਾ ਵਿਚਾਰਦਾ ਨਹੀਂ। ਭੈੜਿਆਂ ਖਿਆਲਾਂ ਦੇ ਕਾਰਨ, ਭੈੜੀ ਮੱਤ ਦੇ ਕਾਰਨ, ਆਪਣੇ ਮਨ ਦੇ ਮਗਰ ਲੱਗਾ ਹੋਣ ਦੇ ਕਾਰਨ ਉਹ ਮਨੁੱਖ ਸਭ ਕੁਝ ਕਰਦਾ ਜਾ ਰਿਹਾ, ਪਰ ਉਸਨੂੰ ਕਿਸੇ ਤਰ੍ਹਾਂ ਦੀ ਸੋਝੀ ਨਹੀਂ। ਚਿੰਤਾ ਮਨ ਕੋ ਤਜਹਿ ਗਵਾਰਾ, ਕਾਚ ਲਹਿ ਕਰ ਜਤਨ ਅਪਾਰਾ। ਕਹਿੰਦੇ ਜਿਹੜਾ ਮੂਰਖ ਹੈ ਨਾ, ਜਿਹੜਾ ਭੈੜਿਆਂ ਖਿਆਲਾਂ ਵਾਲਾ, ਭੈੜੇ ਖਿਆਲਾਂ ਦੇ ਵਸ ਪੈ ਕੇ ਰੋਜ਼ਾਨਾ ਕੰਮ ਕਰਦਾ, ਕਹਿੰਦੇ ਮਨ ਮੰਗੀ ਸਭ ਪ੍ਰਕਾਰ ਦੀਆਂ ਜਿਹੜੀਆਂ ਮੁਰਾਦਾਂ ਪੂਰੀਆਂ ਹੋਣੀਆਂ ਨੇ ਨਾ, ਚਿੰਤਾ ਮਨ ਕੋ ਤਜੇ ਗਵਾਰਾ। ਜਿਸ ਚੀਜ਼ ਨੇ ਸਾਰੀਆਂ ਮੁਰਾਦਾਂ ਪੂਰੀਆਂ ਕਰਨੀਆਂ ਸੀ, ਉਸ ਚੀਜ਼ ਨੂੰ ਇਸਨੇ ਮਨ ਦੇ ਵਿੱਚ ਵਿਸਾਰ ਦਿੱਤਾ ਤੇ ਭੈੜਿਆਂ ਖਿਆਲਾਂ ਦੇ ਵਸ ਪੈ ਕੇ ਆਪਣਾ ਜੀਵਨ ਨਿਰਵਾਹ ਕਰਦਾ। ਕਾਚ ਲਹਿ ਕਰ ਯਤਨ ਅਪਾਰਾ, ਤੇ ਅਪਾਰ ਯਤਨਾਂ ਕਰਕੇ ਕੱਚੀ ਵਸਤੂ ਇਕੱਠੀ ਕਰ ਰਿਹਾ, ਧਨ ਦੌਲਤ ਇਕੱਠਾ ਕਰ ਰਿਹਾ। ਜਿਹੜਾ ਝੂਠ ਹੈ ਨਾ, ਇੱਕ ਨਾ ਇੱਕ ਦਿਨ ਨਾਸ਼ਵੰਤ ਪਦਾਰਥ ਹੈ ਜਿਹੜੇ, ਕਹਿੰਦੇ ਉਸ ਪਦਾਰਥਾਂ ਨੂੰ ਇਕੱਠਾ ਕਰਨ ਦੇ ਵਿੱਚ ਹੀ ਲੱਗਾ ਹੋਇਆ ਹੈ। ਤੇ ਇਸ ਦੇ ਕਾਰਨ ਜਿਹੜੀ ਚੀਜ਼ ਨੇ ਇਹਨੂੰ ਸਾਰੀਆਂ ਦਾਤਾਂ ਬਖਸ਼ਣੀਆਂ ਸੀ, ਉਸ ਮਣੀ ਨੂੰ ਇਹਨੇ ਆਪਣੇ ਮਨ ਦੇ ਵਿੱਚ ਵਿਸਾਰ ਦਿੱਤਾ। ਭੈੜੀਆਂ ਵਿਚਾਰਾਂ ਨੂੰ ਆਪਣੇ ਮਨ ਦੇ ਵਿੱਚ ਧਾਰਨ ਕੀਤਾ। ਪਰਮਾਤਮਾ ਦੇ ਨਾਮ ਨੂੰ, ਪਰਮਾਤਮਾ ਦੀ ਬੰਦਗੀ ਨੂੰ ਇਹਨੇ ਜੀਵਨ ਦੇ ਵਿੱਚੋਂ ਵਿਸਾਰ ਦਿੱਤਾ ਹੈ। ਤੇ ਇਸ ਦੇ ਕਾਰਨ ਇਸ ਨੂੰ ਸੋਝੀ ਨਹੀਂ ਪੈਂਦੀ, ਇਸ ਨੂੰ ਗਿਆਨ ਨਹੀਂ ਵੀ ਮੈਂ ਜੋ ਕੁਝ ਕਰ ਰਿਹਾ ਮੇਰੇ ਖਾਤਰ ਚੰਗਾ ਹੈ ਜਾਂ ਇਸ ਦਾ ਕੁਝ ਮਾੜਾ ਨਤੀਜਾ ਭੁਗਤਣਾ ਪਵੇ। ਸੁਰਤਰ ਕੋ ਨਿਜਾਜਰ ਉਖਾਰੇ, ਬਣੀ ਬਬੂਰਨ ਕੀ ਵਿਸਤਾਰੇ। ਜਿਸ ਤਰ੍ਹਾਂ ਇਤਿਹਾਸ ਦੇ ਮੁਤਾਬਕ, ਹਿੰਦੂ ਮੱਤ ਦੇ ਮੁਤਾਬਕ ਉਦਾਹਰਨਾਂ ਵਰਤੀਆਂ ਗਈਆਂ ਨੇ, ਪਾਤਸ਼ਾਹ ਜੀ ਨੇ ਗੁਰਬਾਣੀ ਦੇ ਵਿੱਚ ਵੀ ਉਦਾਹਰਨਾਂ ਵਰਤੀਆਂ। ਜਿਸ ਤਰ੍ਹਾਂ ਇੱਕ ਕਲਪ ਬ੍ਰਿਸ਼ ਹੈ, ਤੇ ਹਿੰਦੂ ਮੱਤ ਦੇ ਅਨੁਸਾਰ ਇਹ ਮੰਨਿਆ ਜਾਂਦਾ ਕਿ ਉਸ ਕਲਪ ਬ੍ਰਿਸ਼ ਦੇ ਵਿੱਚੋਂ ਜਿਸ ਤਰ੍ਹਾਂ ਦੀ ਮਨੁੱਖ ਮਨੋਕਾਮਨਾ ਕਰਦਾ ਹੈ, ਜੋ ਕੁਝ ਵੀ ਆਪਣੇ ਮਨ ਦੇ ਵਿੱਚ ਇੱਛਾ ਲੈ ਕੇ ਜਾਂਦਾ ਹੈ ਨਾ, ਉਹ ਕਲਪ ਬ੍ਰਿਸ਼ ਉਸ ਮਨੁੱਖ ਦੀ ਇੱਛਾ ਨੂੰ ਪੂਰੀ ਕਰਦਾ।
ਇਸੇ ਤਰ੍ਹਾਂ ਕਵੀ ਜੀ ਇੱਥੇ ਉਹ ਪ੍ਰਸੰਗ ਨੂੰ ਉਹ ਅਲੰਕਾਰ ਬੰਨ੍ਹਦੇ ਹੋਏ ਬਿਆਨ ਕਰਦੇ ਨੇ। ਕਹਿੰਦੇ ਮੂੰਹ ਮੰਗੀ ਮੁਰਾਦ ਦੇਣ ਵਾਲਾ ਜਿਹੜਾ ਕਲਪ ਬ੍ਰਿਸ਼ ਹੈ ਨਾ, ਇਸ ਮਨੁੱਖ ਨੇ ਆਪਣੇ ਘਰ ਦੇ ਵਿਹੜੇ ਦੇ ਵਿੱਚੋਂ ਕਲਪ ਬ੍ਰਿਸ਼ ਹੀ ਪੁੱਟ ਦਿੱਤਾ, ਜਿਹਦੇ ਅਨੁਸਾਰ ਇਹਨੂੰ ਚੰਗੀਆਂ ਵਸਤੂਆਂ ਮਿਲਣੀਆਂ ਸੀ, ਜੋ ਕੁਝ ਇਸ ਦੀਆਂ ਮਨ ਦੀਆਂ ਇੱਛਾਵਾਂ ਸਨ ਉਹ ਪੂਰਤੀਆਂ ਹੋਣੀਆਂ ਸੀ। ਉਹ ਸਾਰਾ ਕੁਝ ਇਹਨੇ ਕਹਿੰਦੇ ਪੁੱਟ ਕੇ ਰੱਖ ਦਿੱਤਾ ਤੇ ਘਰ ਦੇ ਵਿੱਚ ਕੀ ਲਾ ਲਿਆ, ਬਣੀ ਬਪੂਰਨ ਕੀ ਵਿਸਥਾਰੇ। ਕਹਿੰਦੇ ਘਰ ਦੇ ਵਿੱਚ ਇਹਨੇ ਕਲਪ ਬ੍ਰਿਸ਼ ਨੂੰ ਪੁੱਟ ਕੇ ਕਿੱਕਰਾਂ ਦੀ ਬਗੀਚੀ ਬੀਜ ਲਈ ਹੈ। ਕਿੱਕਰਾਂ ਦੀ ਬਗੀਚੀ ਭਾਵ ਇਸ ਨੇ ਆਪਣੇ ਮਨ ਦੇ ਵਿੱਚੋਂ ਉਹ ਕਲਪ ਬ੍ਰਿਸ਼ ਭਾਵ ਜਦੋਂ ਨਾਮ ਦੀ ਉਪਜ ਮਨ ਦੇ ਵਿੱਚ ਹੋ ਗਈ, ਨਾਮ ਦੀ ਦਾਤ ਪਾਤਸ਼ਾਹ ਜੀ ਨੇ ਬਖਸ਼ਿਸ਼ ਕਰ ਦਿੱਤੀ, ਉਸ ਨਾਮ ਦੀ ਦਾਤ ਦੇ ਨਾਲ ਮਨੁੱਖ ਦੀਆਂ ਮੰਗਾਂ ਵੀ ਫਿਰ ਗੁਰੂ ਅਨੁਸਾਰੀ ਹੋ ਜਾਂਦੀਆਂ। ਮਨੁੱਖ ਆਪਣਾ ਜੀਵਨ ਵੀ ਗੁਰੂ ਅਨੁਸਾਰੀ ਬਸਰ ਕਰਨਾ ਸ਼ੁਰੂ ਕਰ ਦਿੱਤਾ। ਗੁਰੂ ਦੇ ਉਪਦੇਸ਼ ਨੂੰ ਜਦੋਂ ਮਨ ਦੇ ਵਿੱਚ ਧਾਰਨ ਕਰ ਲਿਆ, ਮਨੁੱਖ ਦੀਆਂ ਮੰਗਾਂ ਦੇ ਵਿੱਚ ਵੀ ਤਬਦੀਲੀ ਆ ਜਾਂਦੀ। ਫਿਰ ਉਹ ਆਪਣੇ ਮਨ ਦੇ ਵਿੱਚ ਇਹ ਨਹੀਂ ਮੰਗਦਾ ਵੀ ਮੈਨੂੰ ਪੁੱਤ ਹੀ ਚਾਹੀਦਾ ਜਾਂ ਮੈਂ ਘਰੋਂ ਬਾਹਰ ਜਾਣਾ, ਵਿਦੇਸ਼ ਜਾਣਾ ਚਾਹੁੰਦਾ। ਜਦੋਂ ਉਸਨੇ ਨਾਮ ਦੀ ਦਾਤ ਪ੍ਰਾਪਤ ਕਰ ਲਈ ਨਾ, ਪਾਤਸ਼ਾਹ ਜੀ ਦੇ ਸਨਮੁਖ ਆ ਕੇ ਢਹਿ ਪਿਆ, ਆਪਣਾ ਆਤਮ ਸਮਰਪਣ ਕਰ ਦਿੱਤਾ, ਤਾਂ ਫਿਰ ਜਦੋਂ ਮੱਤ ਹੀ ਤਿਆਗ ਦਿੱਤੀ, ਗੁਰੂ ਦੀ ਮੱਤ ਨੂੰ ਧਾਰਨ ਕਰ ਲਿਆ, ਫਿਰ ਉਹ ਦਿਨ ਰਾਤ ਪਰਮਾਤਮਾ ਦੇ ਨਾਮ ਦੀ ਦਾਤ ਮੰਗਦਾ ਰਹੇਗਾ ਤੇ ਪਾਤਸ਼ਾਹ ਦਾ ਸ਼ੁਕਰਾਨਾ ਕਰਦਾ ਰਹੇਗਾ ਕਿ ਮੇਰਾ ਜੀਵਨ ਤੁਹਾਡੇ ਪਾਣੀ ਦੇ ਅੰਦਰ ਹੁਣ ਅਸਲ ਦੇ ਵਿੱਚ ਜਿਉਣਾ ਸ਼ੁਰੂ ਕੀਤਾ। ਇਸੇ ਤਰ੍ਹਾਂ ਪਾਤਸ਼ਾਹ ਜੀ ਇੱਥੇ ਉਸ ਮੌਲਵੀ ਨੂੰ ਸਮਝਾਉਣਾ ਕਰਦੇ ਨੇ ਤੇ ਮੰਨ ਲਾ ਵੀ ਘਰ ਦੇ ਵਿੱਚ ਤੇਰੇ ਨਾਮ ਦੀ ਦਾਤ ਹੀ ਨਹੀਂ, ਨਾਮ ਤੋਂ ਬਿਨਾਂ ਤੂੰ ਅਧੂਰਾ ਹੈ। ਨਾਮ ਦੇ ਨਾਲ ਹੀ ਤੈਨੂੰ ਸਭ ਕੁਝ ਪ੍ਰਾਪਤ ਹੋਣਾ ਸੀ। ਤੂੰ ਆਪਣੇ ਜੀਵਨ ਦੇ ਵਿੱਚ ਨਾਮ ਨੂੰ ਕੱਢ ਕੇ ਉਹ ਵਿਕਾਰਾਂ ਰੂਪੀ ਕੰਡਿਆਂ ਨੂੰ, ਵਿਕਾਰਾਂ ਰੂਪੀ ਕਿੱਕਰਾਂ ਨੂੰ ਆਪਣੇ ਘਰ ਦੇ ਵਿੱਚ ਲਾ ਲਿਆ, ਉਸ ਦੀ ਬਗੀਚੀ ਤੋਂ ਪਾਲ ਲਈ, ਜਿਸ ਦਾ ਕੋਈ ਵੀ ਫਾਇਦਾ ਨਹੀਂ ਹੁੰਦਾ। ਇੱਥੇ ਅਲੰਕਾਰ ਕਵੀ ਜੀ ਨੇ ਬੰਨਿਆ ਹੈ, ਤਰਕ ਸੁਦਾ ਕੋ ਹੋ ਸਰਾਪੀ, ਤਜ ਚੰਦਨ ਗਹਿ ਬੰਸ ਸੰਤਾਪੀ। ਤੇ ਫਿਰ ਹੁਣ ਅਗਲਾ ਉਦਾਹਰਨ ਵਰਤਦੇ ਨੇ, ਤਰਕ ਸੁਦਾ ਕੋ ਹੋ ਸੁਰਾਪੀ। ਕਹਿੰਦੇ ਅੰਮ੍ਰਿਤ ਨੂੰ ਛੱਡ ਕੇ ਤੇ ਇਸ ਨੇ ਆਪਣੇ ਜੀਵਨ ਦੇ ਵਿੱਚ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ। ਜਿਹੜੀ ਚੀਜ਼ ਨੇ ਇਸ ਨੂੰ ਜਨਮ ਦੇਣਾ ਸੀ, ਜਿਹੜੀ ਚੀਜ਼ ਦੇ ਨਾਲ ਇਹ ਜਿਉਂਦਾ ਰਹਿਣਾ ਸੀ, ਉਸ ਚੀਜ਼ ਨੂੰ ਛੱਡ ਕੇ ਇਹਨੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ। ਭਾਵ ਭੈੜੇ ਔਗਣਾਂ ਦੇ ਵਸ ਪੈ ਕੇ ਜਿਸ ਦੇ ਨਾਲ ਇਸ ਦੀ ਆਤਮਿਕ ਮੌਤ ਹੋਣੀ ਸੀ, ਉਹ ਕਾਰਜ ਕਰਨੇ ਸ਼ੁਰੂ ਕਰ ਦਿੱਤੇ, ਜਿਸ ਦੇ ਨਾਲ ਇਸ ਦਾ ਜੀਵਨ ਨਿਰਵਾਹ ਹੋਣਾ ਸੀ, ਆਤਮਿਕ ਤੌਰ ਦੇ ਉੱਤੇ ਇਹਨੇ ਸਦਾ ਵਾਸਤੇ ਅਮਰ ਰਹਿਣਾ ਸੀ। ਉਹ ਅੰਮ੍ਰਿਤ ਰੂਪੀ ਵਿਚਾਰਧਾਰਾ ਨੂੰ ਆਪਣੇ ਜੀਵਨ ਦੇ ਅੰਦਰ ਧਾਰਨ ਨਹੀਂ ਕੀਤਾ। ਜਿਸ ਚੀਜ਼ ਦੇ ਨਾਲ ਮਨੁੱਖ ਜਿਉਂਦਾ ਰਹਿੰਦਾ ਹੈ, ਜਿਸ ਚੀਜ਼ ਦੇ ਨਾਲ ਮਨੁੱਖ ਦੀ ਆਤਮਾ, ਮਨੁੱਖ ਦੀ ਸੋਚ ਜਿਉਂਦੀ ਰਹਿੰਦੀ, ਅਮਰ ਰਹਿੰਦੀ ਹੈ, ਉਸ ਚੀਜ਼ ਨੂੰ ਇਹਨੇ ਮਾਰ ਕੇ ਭੈੜਿਆਂ ਔਗਣਾਂ ਦੇ ਵਸ ਪੈ ਕੇ, ਭੈੜਿਆਂ ਵਿਕਾਰਾਂ ਦੇ ਵਸ ਪੈ ਕੇ ਆਪਣਾ ਜੀਵਨ ਨਿਰਵਾਹ ਕਰਨਾ ਸ਼ੁਰੂ ਕਰ ਦਿੱਤਾ। ਕਹਿੰਦੇ ਮੰਨ ਲਓ ਚੰਦਨ ਦੇ ਰੁੱਖ ਨੂੰ ਛੱਡ ਕੇ ਇਹਨੇ ਘਰ ਦੇ ਵਿੱਚ ਬਾਂਸ ਲਾ ਲਿਆ। ਚੰਦਨ ਦਾ ਰੁੱਖ ਛੱਡ ਕੇ, ਚੰਦਨ ਦੇ ਵਿੱਚੋਂ ਅਸੀਂ ਦੇਖਦੇ ਹਾਂ ਵੀ ਸੁਗੰਧੀ ਵੀ ਆਉਂਦੀ। ਪਾਤਸ਼ਾਹ ਜੀ ਨੇ ਉਦਾਹਰਨਾਂ ਵੀ ਵਰਤੀਆਂ ਵੀ ਬਾਂਸ ਦਾ ਰੁੱਖ ਇੱਕ ਇਹੋ ਜਿਹਾ ਹੈ ਵੀ ਸਿੱਧਾ ਚਲਿਆ ਜਾਂਦਾ, ਵੱਧਦਾ ਹੀ ਜਾਂਦਾ, ਪਰ ਚੰਦਨ ਦੇ ਕੋਲ ਰਹਿ ਕੇ ਬਾਂਸ ਉਸ ਦੀ ਸੁਗੰਧ ਹਾਸਲ ਨਹੀਂ ਕਰ ਸਕਦਾ। ਚੰਦਨ ਦੇ ਕੋਲ ਜੇਕਰ ਬਾਂਸ ਦਾ ਰੁੱਖ ਵੀ ਲਾ ਦਈਏ ਨਾ, ਉਹ ਬਾਂਸ ਚੰਦਨ ਦੀ ਜਿਹੜੀ ਖੁਸ਼ਬੂ ਆ ਬਾਂਸ ਦੇ ਵਿੱਚ ਨਹੀਂ ਆ ਸਕਦੀ। ਤੇ ਚੰਦਨ ਦਾ ਭਾਵ ਮਨੁੱਖ ਦੇ ਜੀਵਨ ਦੇ ਵਿੱਚ ਉਸ ਤਰ੍ਹਾਂ ਗੁਣਾਂ ਦੀ, ਕਿਰਦਾਰ ਦੀ ਖੁਸ਼ਬੂ ਆਉਣੀ ਚਾਹੀਦੀ ਸੀ। ਮਨੁੱਖ ਦੇ ਜੀਵਨ ਦੇ ਵਿੱਚ ਨਿਮਰਤਾ ਭਾਵਨਾ ਹੋਣੀ ਚਾਹੀਦੀ ਸੀ। ਕਹਿੰਦੇ ਆਪਣੇ ਜੀਵਨ ਦੇ ਵਿੱਚ ਉਹ ਗੁਣਾਂ ਨੂੰ ਤਿਆਗ ਕੇ ਜਿਸ ਦੇ ਨਾਲ ਇਸ ਦੀ ਕਿਰਦਾਰਸ਼ਾਲੀ ਬਣਨੀ ਸੀ, ਇਸ ਨੇ ਸਚਿਆਰਾ ਬਣਨਾ ਸੀ, ਸਚਿਆਰੇਪਣ ਵਾਲੇ ਰਾਹ ਵੱਲ ਜਾਣਾ ਸੀ। ਮਨੁੱਖ ਨੇ ਆਪਣੇ ਜੀਵਨ ਦੇ ਵਿੱਚੋਂ ਸਾਰਾ ਕੁਝ ਤਿਆਗ ਕੇ ਆਪਣੇ ਜੀਵਨ ਦੇ ਵਿੱਚ ਉਹ ਬਾਂਸ ਵਾਲਾ ਸੁਭਾਅ ਧਾਰਨ ਕਰ ਲਿਆ। ਭਾਵ ਹੁਣ ਇਹ ਝੁਕਣਾ ਪਸੰਦ ਨਹੀਂ ਕਰਦਾ। ਇਸ ਦੇ ਜੀਵਨ ਦੇ ਵਿੱਚ ਆਕੜ, ਵਿਕਾਰਾਂ ਦੀ ਜਿਹੜੀ ਭਰਮਾਰ ਵੱਧ ਗਈ ਹੈ ਤੇ ਵੱਧਦੀ ਜਾ ਰਹੀ ਹੈ। ਤਿਨ ਕੋ ਸੁਖ ਪ੍ਰਾਪਤ ਹੋਏ ਕੈਸੇ, ਹਰ ਤਜ ਵਿਸ਼ਿਆ ਕਹਿਤ ਜੋ ਐਸੇ। ਕਹਿੰਦੇ ਫਿਰ ਇਹੋ ਜਿਹੇ ਮਨੁੱਖਾਂ ਨੂੰ ਸੁੱਖ ਕਿਵੇਂ ਪ੍ਰਾਪਤ ਹੋ ਸਕਦਾ, ਜਿਹਨੇ ਅੰਮ੍ਰਿਤ ਨੂੰ ਤਿਆਗ ਕੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ, ਜਿਹਨੇ ਚੰਦਨ ਨੂੰ ਛੱਡ ਕੇ ਬਾਂਸ ਦਾ ਰੁੱਖ ਘਰੇ ਲਾ ਲਿਆ, ਜਿਹਨੇ ਕਲਪ ਬ੍ਰਿਛ ਨੂੰ ਪੱਟ ਕੇ ਘਰ ਦੇ ਵਿੱਚ ਆਪਣੇ ਜੀਵਨ ਦੇ ਵਿੱਚ ਕਿੱਕਰਾਂ ਰੂਪੀ ਜਿਹੜੇ ਕੰਡੇ ਸਨ ਉਹ ਬੀਜ ਲਏ, ਔਗਣਾ ਰੂਪੀ ਕੰਡੇ ਬੀਜ ਲਏ। ਹੁਣ ਜੀਵਨ ਦੇ ਵਿੱਚ ਸੁੱਖ ਦੀ ਆਸ ਕਿਸ ਤਰ੍ਹਾਂ ਕਰੇ ਮਨੁੱਖ। ਹੁਣ ਪਾਤਸ਼ਾਹ ਜੀ ਨੇ ਤਾਂ ਇਸ ਛੋਟੀ ਉਮਰ ਦੇ ਵਿੱਚ ਦੂਸਰੇ ਮੱਤ ਦੇ ਜਿਹੜੇ ਧਾਰਮਿਕ ਆਗੂ ਸਨ ਉਹਨਾਂ ਨੂੰ ਇਹ ਕੁਝ ਸਮਝਾਉਣਾ ਕਰ ਦਿੱਤਾ, ਭਾਈ ਤੁਹਾਡੇ ਜੀਵਨ ਦੇ ਵਿੱਚ ਨਾਮ ਤੋਂ ਬਿਨਾਂ ਸਾਰਾ ਕੁਝ ਅਧੂਰਾ ਹੈ। ਤੇ ਪਾਤਸ਼ਾਹ ਜੀ ਨੇ ਬਚਪਨ ਤੋਂ ਲੈ ਕੇ ਆਪਣੇ ਰਹਿੰਦੇ ਸਮੇਂ ਤੱਕ ਇਹੀ ਉਪਦੇਸ਼ ਦਿੱਤਾ ਜਿੱਥੇ ਕਿਤੇ ਵੀ ਗਏ।
ਵੀ ਭਾਈ ਨਾਮ ਜਪੋ, ਪਰਮਾਤਮਾ ਦੀ ਆਰਾਧਨਾ ਕਰੋ, ਪਰਮਾਤਮਾ ਦੇ ਗੁਣਾਂ ਦੀ ਸਮਝ ਹਾਸਲ ਕਰੋ। ਤੇ ਹੁਣ ਜੇਕਰ ਮਨੁੱਖ ਅੱਜ ਦਾ ਸਿੱਖ ਆਪਣੇ ਜੀਵਨ ਦੇ ਵਿੱਚ ਨਾਮ ਧਾਰਨ ਕਰਨ ਨੂੰ ਤਿਆਰ ਨਹੀਂ, ਫਿਰ ਸੁੱਖਾਂ ਦੀ ਆਸ ਕਿਸ ਤਰ੍ਹਾਂ ਕਰੇ? ਬਾਣੀ ਪੜ੍ਹਨ ਨੂੰ ਤਿਆਰ ਨਹੀਂ, ਗੁਰੂ ਦੀ ਹਾਜ਼ਰੀ ਭਰਨ ਨੂੰ ਤਿਆਰ ਨਹੀਂ, ਕੀਰਤਨ ਸਰਵਣ ਕਰਨ ਨੂੰ ਤਿਆਰ ਨਹੀਂ, ਤੇ ਜੀਵਨ ਦੇ ਵਿੱਚ ਫਿਰ ਸੁੱਖਾਂ ਦੀ ਆਸ ਕਿਸ ਤੋਂ ਰੱਖਦੇ ਹੋ? ਜੀਵਨ ਦੇ ਵਿੱਚ ਫਿਰ ਦੁੱਖ ਹੀ ਨਾ ਆਣਗੇ। ਇਸੇ ਤਰ੍ਹਾਂ ਫਿਰ ਸਮਝਾਉਣਾ ਕਰਦੇ ਨੇ ਕਿ ਜਿਹੋ ਜਿਹਾ ਮਨੁੱਖ ਨੇ ਆਪਣੇ ਜੀਵਨ ਦੇ ਵਿੱਚ ਔਗੁਣਾਂ ਨੂੰ ਥਾਂ ਦੇ ਦਿੱਤੀ, ਵਿਕਾਰਾਂ ਨੂੰ ਥਾਂ ਦੇ ਦਿੱਤੀ, ਭੈੜੀ ਮੱਤ ਉਸਨੇ ਧਾਰਨ ਕਰ ਲਈ, ਫਿਰ ਇਹੋ ਜਿਹੇ ਮਨੁੱਖ ਦੇ ਜੀਵਨ ਦੇ ਵਿੱਚ ਸੁੱਖ ਕਿਸ ਤਰ੍ਹਾਂ ਉਪਜ ਸਕਦਾ ਹੈ? ਹਰ ਤਜ ਵਿਸ਼ਿਆ ਗਹਿਤ ਜੋ ਐਸੇ, ਜਿਹੜੇ ਪ੍ਰਭੂ ਨੂੰ ਛੱਡ ਕੇ ਕਹਿੰਦੇ ਵਿਸ਼ੇ ਵਿਕਾਰਾਂ ਦੇ ਵਿੱਚ ਪੈ ਗਏ ਨੇ ਨਾ, ਵਿਸ਼ਿਆਂ ਵਿਕਾਰਾਂ ਦੇ ਵਿੱਚ ਫਸੇ ਰਹਿੰਦੇ ਨੇ, ਪਰਮਾਤਮਾ ਨੂੰ ਚੇਤੇ ਨਹੀਂ ਕਰਦੇ, ਇਹ ਫਿਰ ਆਪਣੇ ਮਨ ਦੇ ਵਿੱਚ ਇਹ ਆਸ ਛੱਡਦੇ ਨੇ ਵੀ ਸਾਨੂੰ ਕਦੇ ਸੁੱਖ ਵੀ ਪ੍ਰਾਪਤ ਹੋਵੇਗਾ। ਬਿਸਰੈ ਸਭ ਹੀ ਬੈਸ ਬਤੀਤੀ, ਕਵੇ ਨਾ ਸੁਧ ਕੀਨੀ ਹਰ ਪ੍ਰੀਤੀ। ਕਹਿੰਦੇ ਉਹਨਾਂ ਨੇ ਪ੍ਰਭੂ ਨੂੰ ਵਿਸਾਰ ਕੇ ਵੈਸ ਬਤੀਤੀ, ਭਾਵ ਸਾਰੀ ਉਮਰ ਹੀ ਪ੍ਰਭੂ ਨੂੰ ਵਿਸਾਰ ਕੇ ਉਹਨਾਂ ਨੇ ਬਤੀਤ ਕਰ ਦਿੱਤੀ। ਪਰਮਾਤਮਾ ਦੇ ਨਾਲੋਂ ਵਿਛੋੜਾ ਪਾ ਕੇ ਆਪਣਾ ਜੀਵਨ ਨਿਰਵਾਹ ਕਰ ਰਹੇ ਨੇ। ਪਰਮਾਤਮਾ ਦੇ ਗੁਣਾਂ ਨੂੰ ਆਪਣੇ ਜੀਵਨ ਦੇ ਅੰਦਰ ਧਾਰਨ ਨਹੀਂ ਕੀਤਾ। ਉਹਨਾਂ ਗੁਣਾਂ ਤੋਂ ਸੱਖਣੇ ਹੋਣ ਦੇ ਕਾਰਨ, ਗੁਣਾਂ ਤੋਂ ਵਾਂਝੇ ਹੋਣ ਦੇ ਕਾਰਨ ਆਪਣਾ ਜੀਵਨ ਇਸ ਤਰ੍ਹਾਂ ਵੀ ਬਤੀਤ ਕਰਦੇ ਨੇ। ਤੇ ਪਰ ਕਦੇ ਵੀ ਕਵੇ ਨਾ ਸੁਧ ਕੀਨੀ ਹਰਪ੍ਰੀਤੀ, ਵੀ ਕਦੇ ਵੀ ਮਨ ਦੇ ਵਿੱਚ ਪਰਮਾਤਮਾ ਦੇ ਨਾਲ ਪ੍ਰੇਮ ਨਹੀਂ ਪਾਇਆ, ਕਦੇ ਵੀ ਮਨ ਦੇ ਵਿੱਚ ਪਰਮਾਤਮਾ ਦੇ ਨਾਲ ਪ੍ਰੇਮ ਧਾਰਨ ਨਹੀਂ ਕੀਤਾ। ਜਿਨ੍ਹਾਂ ਨੇ ਪਰਮਾਤਮਾ ਦੇ ਨਾਲ ਅਸਲ ਦੇ ਵਿੱਚ ਪ੍ਰੇਮ ਪਾਇਆ ਸੀ ਨਾ, ਉਹ ਚਰਖੜੇ ਦੇ ਉੱਤੇ ਵੀ ਚੜ੍ਹ ਗਏ, ਬੰਦ ਵੀ ਕੱਟੇ ਗਏ, ਪਰ ਮੁਖ ਤੋਂ ਜਪਜੀ ਸਾਹਿਬ ਦੀ ਬਾਣੀ ਨਹੀਂ ਕਦੇ ਵੀ ਵਿਸਰੀ। ਬੰਦ ਵੀ ਕੱਟਿਆ ਜਾ ਰਿਹਾ, ਪਰ ਫਿਰ ਵੀ ਪਰਮਾਤਮਾ ਦਾ ਸ਼ੁਕਰਾਨਾ ਕਰ ਰਹੇ ਨੇ, ਫਿਰ ਵੀ ਪਰਮਾਤਮਾ ਦੀ ਬੰਦਗੀ ਕਰ ਰਹੇ ਨੇ। ਤੇ ਇੱਥੇ ਸਾਡੇ ਵਰਗਿਆਂ ਨੂੰ ਵਧੀਆ ਘਰ ਵੀ ਮਿਲ ਗਏ, ਵਧੀਆ ਸੌਣ ਦੇ ਲਈ ਬਿਸਤਰ ਵੀ ਮਿਲ ਗਏ, ਪਰ ਅਸੀਂ ਪਾਤਸ਼ਾਹ ਦਾ ਸ਼ੁਕਰਾਨਾ ਕਰਨ ਲਈ ਤਿਆਰ ਨਹੀਂ। ਸਭ ਕੁਝ ਮਿਲਿਆ, ਦਾਤਾਂ ਮਿਲੀਆਂ, ਤੇ ਦਾਤਾਂ ਦੇਣ ਵਾਲੇ ਨੂੰ ਅਸੀਂ ਮਨ ਦੇ ਵਿੱਚ ਵਿਸਾਰ ਦਿੱਤਾ। ਫਿਰ ਪਾਤਸ਼ਾਹ ਜੀ ਉੱਥੇ ਮੌਲਵੀ ਨੂੰ ਇਹੀ ਸਮਝਾਉਣਾ ਕਰਦੇ ਨੇ ਵੀ ਜਿਹਨੇ ਦਾਤਾਂ ਦਿੱਤੀਆਂ, ਜੇਕਰ ਉਸ ਦਾ ਸ਼ੁਕਰਾਨਾ ਨਹੀਂ ਨਾ ਕਰਨਾ, ਤਾਂ ਮਨ ਦੇ ਵਿੱਚ ਇਹ ਆਸ ਛੱਡ ਦਿਓ ਵੀ ਸਾਨੂੰ ਸੁੱਖ ਪ੍ਰਾਪਤ ਹੋਣਗੇ। ਇਹ ਪਾਤਸ਼ਾਹ ਜੀ ਮੌਲਵੀ ਨੂੰ ਸਮਝਾਉਣਾ ਕਰਦੇ ਨੇ। ਸੁਣਤ ਮੁਲਾਨੇ ਕੇ ਮਨ ਮਾਹੀ, ਸ਼ਰਦਾ ਸੁਧ ਅਦਕੇ ਬਿਰਤਾਹੀ। ਕਹਿੰਦੇ ਜਦੋਂ ਹੁਣ ਮੌਲਵੀ ਨੇ ਉਸ ਬੱਚੇ ਦੇ ਰੂਪ ਦੇ ਵਿੱਚ ਜਿਹੜੇ ਪਾਤਸ਼ਾਹ ਜੀ ਵਿਚਰਦੇ ਨੇ ਨਾ ਬਾਲ ਅਵਸਥਾ ਦੇ ਵਿੱਚ, ਜਦੋਂ ਪਾਤਸ਼ਾਹ ਜੀ ਦੇ ਕੋਲੋਂ ਇਹ ਸਾਰੇ ਬਚਨ ਸਰਵਣ ਕੀਤੇ, ਤਾਂ ਮੌਲਵੀ ਦੇ ਇਹ ਜਦੋਂ ਬਚਨ ਸੁਣੇ, ਸ਼ਰਧਾ ਸੁਧ ਅਦਕੇ ਬਿਰਤਾਹੀ, ਵੀ ਉਸ ਦੇ ਮਨ ਦੇ ਵਿੱਚ ਜਿਹੜੀ ਪਾਤਸ਼ਾਹ ਜੀ ਦੇ ਪ੍ਰਤੀ ਸ਼ਰਧਾ ਸੀ ਨਾ, ਉਸ ਪਰਮਾਤਮਾ ਦੇ ਪ੍ਰਤੀ ਪ੍ਰੇਮ ਸੀ, ਉਹ ਹੋਰ ਜ਼ਿਆਦਾ ਸ਼ਰਧਾ ਵੱਧ ਗਈ। ਉਸ ਦੇ ਮਨ ਦੇ ਵਿੱਚ ਹੋਰ ਤਾਂਘ ਪੈਦਾ ਹੋ ਗਈ ਵੀ ਨਹੀਂ, ਹੁਣ ਪਰਮਾਤਮਾ ਦੇ ਨਾਮ ਤੋਂ ਬਿਨਾਂ ਮੇਰਾ ਰਿਹਾ ਨਹੀਂ ਜਾ ਸਕਦਾ, ਮੇਰਾ ਜੀਵਨ ਅਧੂਰਾ ਹੈ ਪਰਮਾਤਮਾ ਦੇ ਨਾਮ ਤੋਂ ਬਿਨਾਂ, ਮੈਂ ਵੀ ਬੰਦਗੀ ਕਰਨੀ ਚਾਹੁੰਦਾ, ਮੈਂ ਵੀ ਸਿਮਰਨ ਕਰਨਾ ਚਾਹੁੰਦਾ। ਉਸ ਦੇ ਮਨ ਦੇ ਵਿੱਚ ਹੋਰ ਸ਼ਰਧਾ ਜਿਹੜੀ ਉਤਪੰਨ ਹੁੰਦੀ ਹੈ। ਬੋਲਿਓ ਬਚਨ ਬੰਦ ਕਰ ਦੋ, ਤੁਮਰੇ ਸਮਸਰ ਔਰ ਨਾ ਕੋ। ਕਰਦਾ ਭਾਵ ਹੁੰਦਾ ਹੱਥ। ਕਹਿੰਦੇ ਵੀ ਉਸ ਮੌਲਵੀ ਨੇ ਦੋਵੇਂ ਹੱਥ ਜੋੜ ਕੇ ਪਾਤਸ਼ਾਹ ਜੀ ਨੂੰ ਬੋਲਿਆ, ਤੁਮਰੇ ਸਮਸਰ, ਸਮਸਰ ਦਾ ਭਾਵ ਹੁੰਦਾ ਬਰਾਬਰ, ਔਰ ਦਾ ਭਾਵ ਹੁੰਦਾ ਹੋਰ ਕੋਈ ਵੀ। ਕਹਿੰਦਾ ਹੱਥ ਜੋੜ ਕੇ ਪਾਤਸ਼ਾਹ ਜੀ ਦੇ ਅੱਗੇ ਖੜ ਗਿਆ ਤੇ ਪਾਤਸ਼ਾਹ ਜੀ ਨੂੰ ਬਚਨ ਆਖਦਾ, ਇਹ ਪਾਤਸ਼ਾਹ ਜੀ ਤੁਹਾਡੇ ਬਰਾਬਰ ਕੋਈ ਨਹੀਂ ਦੇਖਿਆ ਮੈਂ ਇਸ ਦੁਨੀਆ ਦੇ ਉੱਤੇ। ਅਨੇਕਾਂ ਪਰ ਉਸ ਪਰਮਾਤਮਾ ਦੇ ਅਵਤਾਰ ਵੀ ਆਏ ਨੇ, ਲੋਕਾਂ ਨੇ ਪੂਜਾ ਵੀ ਕੀਤੀ ਵੀ ਇਹ ਪਰਮਾਤਮਾ ਦੇ ਅਵਤਾਰ ਨੇ, ਪਰ ਤੁਹਾਡੇ ਬਰਾਬਰ ਦੀ ਵਿਚਾਰਧਾਰਾ ਵਾਲਾ ਅੱਜ ਤੱਕ ਮੈਂ ਕੋਈ ਨਹੀਂ ਦੇਖਿਆ। ਜਿਹੜੇ ਆਏ ਨੇ ਨਾ ਆਪਣੀ ਪੂਜਾ ਕਰਾ ਕੇ ਚਲੇ ਗਏ, ਜਿਹੜੇ ਆਏ ਨੇ ਆਪਣੀ ਵਡਿਆਈ ਕਰਵਾ ਕੇ ਚਲੇ ਗਏ, ਪਰ ਤੁਹਾਨੂੰ ਤੁਸੀਂ ਇਸ ਛੋਟੀ ਉਮਰ ਦੇ ਵਿੱਚ ਹੀ ਪਰਮਾਤਮਾ ਦਾ ਨਾਮ ਜਪਣ ਦੇ ਲਈ ਪ੍ਰੇਰਿਤ ਕਰਦੇ ਹੋ। ਤੁਸੀਂ ਵੀ ਇਹ ਮੈਨੂੰ ਇੰਜ ਬਤੀਤ ਹੋ ਰਿਹਾ, ਇੰਜ ਮੈਂ ਮੰਨ ਰਿਹਾ ਵੀ ਤੁਸੀਂ ਅੱਲਾਹ ਤਾਲਾ ਦਾ ਹੀ ਕੋਈ ਰੂਪ ਹੋ। ਮੌਲਵੀ ਆਪਣੇ ਮਨ ਦੇ ਵਿੱਚ ਵਿਚਾਰ ਚਰਚਾ ਕਰਦਾ ਹੈ। ਮੈਂ ਇੱਕ ਬੇਨਤੀ ਕਰਨੀ ਚਾਹੁੰਦਾ, ਪਾਂਧੇ ਦੇ ਲਈ ਇੱਕ ਸ਼ਬਦ ਉਚਾਰਨ ਕੀਤਾ, ਜੀਵਨ ਬਦਲ ਗਿਆ। ਮੌਲਵੀ ਦੇ ਲਈ ਇੱਕ ਸ਼ਬਦ ਉਚਾਰਨ ਕੀਤਾ, ਪਾਤਸ਼ਾਹ ਜੀ ਨੇ ਉਸ ਦਾ ਜੀਵਨ ਬਦਲ ਗਿਆ। ਪਰ ਪਾਤਸ਼ਾਹ ਜੀ ਸਾਨੂੰ 1430 ਅੰਗ ਵਾਲਾ ਇੰਨਾ ਅਨਮੋਲ ਖਜ਼ਾਨਾ ਦੇ ਗਏ ਤੇ ਸਾਡਾ ਜੀਵਨ ਅਜੇ ਤੱਕ ਵੀ ਬਦਲਿਆ ਨਹੀਂ। ਅਸੀਂ ਬਾਣੀ ਪੜ੍ਹ ਰਹੇ, ਜਪਜੀ ਸਾਹਿਬ ਦੇ ਪਾਠ ਕਰ ਰਹੇ ਹਾਂ, ਨਿਤਨੇਮ ਕਰ ਰਹੇ ਹਾਂ, ਪਰ ਸਾਡੇ ਜੀਵਨ ਦੇ ਵਿੱਚ ਤਬਦੀਲੀ ਆਉਣ ਲਈ ਤਿਆਰ ਨਹੀਂ। ਤੇ ਉਹ ਇੱਕ ਵਚਨ ਸੁਣ ਕੇ ਹੀ ਨਿਹਾਲ ਹੋ ਗਏ। ਜਿਨ੍ਹਾਂ ਨੇ ਮੰਨਣਾ ਹੁੰਦਾ ਹੈ ਨਾ, ਉਹ ਇੱਕ ਓਅੰਕਾਰ ਤੋਂ ਵੀ ਆਪਣਾ ਜੀਵਨ ਤਬਦੀਲ ਕਰ ਲੈਂਦੇ ਨੇ, ਉਸ ਦੀ ਵਿਚਾਰਧਾਰਾ ਨੂੰ ਮੰਨ ਕੇ।
ਤੇ ਪਾਤਸ਼ਾਹ ਜੀ ਉਸ ਮੌਲਵੀ ਦੇ ਲਈ ਇੱਕ ਸ਼ਬਦ ਉਚਾਰਨ ਕਰਦੇ ਨੇ ਤੇ ਮੌਲਵੀ ਦੇ ਮਨ ਦੇ ਵਿੱਚ ਤਾਂਘ ਪੈਦਾ ਹੁੰਦੀ। ਉਹ ਇੱਕ ਪਦਾ ਹੀ ਉਚਾਰਨ ਕੀਤਾ ਸੀ ਪਾਤਸ਼ਾਹ ਜੀ ਨੇ ਤੇ ਉਹ ਪੂਰਾ ਸ਼ਬਦ ਸਰਵਣ ਕਰਨਾ ਚਾਹੁੰਦਾ ਤੇ ਪਾਤਸ਼ਾਹ ਜੀ ਦੇ ਅੱਗੇ ਬੇਨਤੀ ਕਰਦਾ ਵੀ ਮੈਨੂੰ ਹੋਰ ਬਚਨ ਸਰਵਣ ਕਰਾਓ, ਮੈਨੂੰ ਹੋਰ ਉਪਦੇਸ਼ ਬਖਸ਼ਿਸ਼ ਕਰੋ। ਦੇਖੋ ਇੱਕ ਸ਼ਬਦ ਦੇ ਨਾਲ ਉਸ ਦੇ ਮਨ ਦੇ ਵਿੱਚ ਇੰਨੀ ਤਾਂਘ ਪੈਦਾ ਹੋ ਗਈ ਕਿ ਹੁਣ ਮੇਰਾ ਇਹ ਜੀਵਨ ਇਸ ਪੱਖ ਤੋਂ ਅਧੂਰਾ ਹੈ। ਮੈਂ ਬਹੁਤ ਧਨ ਇਕੱਠਾ ਕਰ ਲਿਆ ਹੋਵੇਗਾ, ਅਨੇਕਾਂ ਬੱਚਿਆਂ ਨੂੰ ਵਿੱਦਿਆ ਪੜ੍ਹਾ ਦਿੱਤੀ ਹੋਵੇਗੀ, ਪਰ ਪਰਮਾਤਮਾ ਦੇ ਨਾਮ ਤੋਂ ਬਿਨਾਂ ਮੈਂ ਆਪਣੇ ਜੀਵਨ ਦੇ ਵਿੱਚ ਵਾਂਝਾ, ਉਸ ਪਰਮਾਤਮਾ ਦੀ ਦਰਗਾਹ ਦੇ ਵਿੱਚ ਪ੍ਰਵਾਨ ਨਹੀਂ ਹੋ ਸਕਦਾ। ਇਸੇ ਤਰ੍ਹਾਂ ਮੌਲਵੀ ਪਾਤਸ਼ਾਹ ਜੀ ਦੇ ਸਨਮੁਖ ਨਮਸਕਾਰ ਕਰਦਾ ਹੈ ਤੇ ਪਾਤਸ਼ਾਹ ਜੀ ਨੂੰ ਡੰਡੌਤ ਕਰਦਾ ਆਖਦਾ ਹੈ ਵੀ ਤੁਹਾਡੇ ਬਰਾਬਰ ਮੈਂ ਦੁਨੀਆ ਦੇ ਉੱਤੇ ਕੋਈ ਨਹੀਂ ਦੇਖਿਆ। ਦੁਨੀਆ ਤੇ ਤੁਹਾਡੇ ਸਨਮਾਨ ਦਾ, ਤੁਹਾਡੇ ਬਰਾਬਰਤਾ ਦਾ, ਇਸ ਵਿਚਾਰਧਾਰਾ ਦੇ ਬਰਾਬਰਤਾ ਅੱਜ ਤੱਕ ਮੈਂ ਕੋਈ ਨਹੀਂ ਦੇਖਿਆ। ਮੂਰਤ ਪਾਕ ਅੱਲਾਹ ਪਨ ਕੀਨੀ, ਭਗਤ ਰੀਤ ਮੈਂ ਮਤ ਜਿਹੇ ਪੀਨੀ। ਕਹਿੰਦਾ ਮੈਂ ਤੁਹਾਨੂੰ, ਮੌਲਵੀ ਪਾਤਸ਼ਾਹ ਜੀ ਦੇ ਅੱਗੇ ਬੇਨਤੀ ਕਰਦਾ ਤੇ ਮੈਂ ਤੁਹਾਨੂੰ ਆਪਣਾ ਅੱਲਾ ਦਾ ਰੂਪ ਜਾਣਿਆ ਹੈ, ਤੁਹਾਨੂੰ ਮੈਂ ਆਪਣਾ ਪਰਮੇਸ਼ਰ ਹੀ ਜਾਣ ਲਿਆ। ਕਿਉਂ? ਕਿਉਂਕਿ ਜਿਹੜਾ ਕਹਿੰਦਾ ਤੁਹਾਡਾ ਮਤ ਹੈ ਨਾ, ਤੁਹਾਡੀ ਵਿਚਾਰਧਾਰਾ ਹੈ, ਇਹ ਭਗਤੀ ਦੇ ਨਾਲ ਭੇਜਿਆ ਹੋਇਆ ਮਤ ਹੈ। ਤੁਸੀਂ ਭਗਤੀ ਦਾ ਉਪਦੇਸ਼ ਦੇ ਰਹੇ ਹੋ, ਤੁਸੀਂ ਸਾਰਿਆਂ ਨੂੰ ਸੰਤ ਬਣਾ ਰਹੇ ਹੋ ਤੇ ਇਸ ਕਰਕੇ ਜਿਹੜਾ ਤੁਹਾਡਾ ਮਤ ਹੈ ਨਾ, ਤੁਹਾਡੇ ਮਤ ਦੇ ਅਨੁਸਾਰ, ਤੁਹਾਡੀ ਵਿਚਾਰਧਾਰਾ ਦੇ ਅਨੁਸਾਰ ਮੈਂ ਤੁਹਾਨੂੰ ਅੱਲਾ ਦਾ ਰੂਪ ਕਰਕੇ ਜਾਣਿਆ ਹੈ। ਤੁਸੀਂ ਮੇਰੇ ਲਈ ਪਰਮੇਸ਼ਰ ਹੀ ਹੋ। ਸੁਣ ਸ਼੍ਰੀ ਨਾਨਕ ਉਚਰੇ ਬਚਨਾ, ਗਰਭ ਹਰਨ ਕੀ ਜਿਹ ਮਹਿ ਰਚਨਾ। ਹੁਣ ਪਾਤਸ਼ਾਹ ਜੀ ਨੇ ਜਦੋਂ ਮੌਲਵੀ ਦੇ ਕੋਲੋਂ ਆਪਣੀ ਵਡਿਆਈ ਸੁਣੀ ਨਾ, ਤੇ ਹੁਣ ਪਾਤਸ਼ਾਹ ਜੀ ਫਿਰ ਉਹ ਸਾਰਾ ਕੁਝ ਸਰਵਣ ਕਰਕੇ ਆਪਣੇ ਮੁਖਾਰ ਬਿੰਦ ਤੋਂ ਇਸ ਤਿਲੰਗ ਰਾਗ ਦਾ ਸ਼ਬਦ ਦਾ ਅਗਲਾ ਪਦਾ ਉਚਾਰਨ ਕਰਦੇ ਨੇ। ਬਦ ਵਖਤ ਹਮ ਚੋ ਵਕੀਲ ਗਾਫਲ ਬੇਨਜ਼ਰ ਬੇਬਾਕ, ਨਾਨਕ ਬਗਿਓਦ ਜਨ ਤੁਰਾ ਤੇਰੇ ਚਾਕਰਾ ਪਾਖਾਕ। ਹੁਣ ਅੱਜ ਦੇ ਸਮੇਂ ਦੇ ਵਿੱਚ ਜੇਕਰ ਗੱਲ ਕਰ ਲਈਏ, ਕੋਈ ਮਨੁੱਖ ਇਹ ਤਾਂ ਨਹੀਂ ਕਹੇਗਾ ਵੀ ਮੈਂ ਕੰਜੂਸ ਹਾਂ, ਕੋਈ ਮਨੁੱਖ ਇਹ ਤਾਂ ਨਹੀਂ ਕਹੂਗਾ ਕਿ ਮੇਰੇ 'ਚ ਔਗਣ ਬੜੇ ਨੇ। ਅਸੀਂ ਸਾਰਾ ਕੁਝ ਆਪਣਾ ਚੰਗਾ ਪੱਖ ਹੀ ਪੇਸ਼ ਕਰਦੇ ਹਾਂ। ਜਿਹੜੀ ਚੰਗਿਆਈ ਹੈ ਨਾ, ਜੋ ਕੁਝ ਸਮਾਜ ਨੂੰ ਚੰਗਾ ਲੱਗਦਾ, ਅਸੀਂ ਉਹ ਕੁਝ ਬਣ ਕੇ ਦਿਖਾ ਰਹੇ ਹਾਂ। ਅਸਲ ਦੇ ਵਿੱਚ ਅਸੀਂ ਉਹ ਕੁਝ ਹੁੰਦੇ ਵੀ ਨਹੀਂ। ਮਨ ਦੇ ਵਿੱਚ ਸਾਡੇ ਕੁਝ ਹੋਰ ਚੱਲ ਰਿਹਾ, ਪਰ ਅਸੀਂ ਸਮਾਜ ਦੇ ਲੋਕਾਂ ਨੂੰ ਦੇਖ ਲੈਂਦੇ ਹਾਂ ਵੀ ਜਿਹੜਾ ਸਾਡਾ ਸਰਕਲ ਹੈ ਨਾ, ਉਸ ਦੇ ਵਿੱਚ ਸਾਨੂੰ ਕਿਸ ਤਰ੍ਹਾਂ ਪ੍ਰਵਾਨ ਕੀਤਾ ਜਾਂਦਾ, ਅਸੀਂ ਉਸੇ ਤਰ੍ਹਾਂ ਦਾ ਪਹਿਨਦੇ ਹਾਂ, ਉਸੇ ਤਰ੍ਹਾਂ ਦਾ ਹੀ ਅਸੀਂ ਖਾਣਾ ਪਸੰਦ ਕਰਦੇ ਹਾਂ। ਕਿਉਂ? ਕਿਉਂਕਿ ਅਸੀਂ ਦੂਜਿਆਂ ਨੂੰ ਪ੍ਰਭਾਵਿਤ ਕਰਨਾ ਹੁੰਦਾ, ਆਪਣਾ ਮਾੜਾ ਪੱਖ ਅੱਗੇ ਨਹੀਂ ਆਉਣ ਦਿੰਦੇ। ਤੇ ਇੱਥੇ ਪਾਤਸ਼ਾਹ ਜੀ ਨੇ ਜਦੋਂ ਮੌਲਵੀ ਦੇ ਕੋਲੋਂ ਆਪਣੀ ਵਡਿਆਈ ਸੁਣੀ ਸੀ ਨਾ, ਤੇ ਮੌਲਵੀ ਜਦੋਂ ਕਹਿੰਦਾ ਵੀ ਮੈਂ ਤਾਂ ਤੁਹਾਨੂੰ ਪਰਮਾਤਮਾ ਦਾ ਰੂਪ ਕਰਕੇ ਜਾਣਿਆ। ਅੱਜ ਦੇ ਸਮਾਜ ਦੇ ਅੰਦਰ ਝਾਤ ਮਾਰੀਏ, ਕਿੰਨੇ ਦਾਅਵਾ ਕਰਦੇ ਨੇ ਵੀ ਅਸੀਂ ਰੱਬ ਦਾ ਰੂਪ ਆ, ਤੇ ਇਹ ਮੌਲਵੀ ਆਪ ਪਾਤਸ਼ਾਹ ਜੀ ਨੂੰ ਕਹਿ ਰਿਹਾ ਵੀ ਮੈਂ ਤੁਹਾਨੂੰ ਪਰਮਾਤਮਾ ਦਾ ਰੂਪ ਕਰਕੇ ਜਾਣਿਆ। ਹੁਣ ਪਾਤਸ਼ਾਹ ਜੀ ਅੱਗੇ ਉਸ ਨੂੰ ਆਪਣੇ ਬਾਰੇ ਦੱਸਦੇ ਨੇ ਵੀ ਮੈਂ ਹੈ ਕਿਹੋ ਜਿਹਾ। ਚੌਪਈ ਰਤ ਰੰਗੇ ਸਤ ਸੰਗ ਸਮਾਜੂ, ਸਿਮਰਨ ਬਿਨਾ ਅੰਤ ਨਹਿ ਕਾਜੂ। ਕਹਿੰਦੇ ਵੀ ਜਿਹੜੇ ਪ੍ਰਭੂ ਪ੍ਰੇਮ ਦੇ ਰੰਗ ਦੇ ਵਿੱਚ ਰੰਗੇ ਜਾਂਦੇ ਨੇ ਨਾ, ਰਤ ਰੰਗੇ, ਪਰਮਾਤਮਾ ਦੇ ਰੰਗ ਦੇ ਵਿੱਚ ਰੰਗੇ ਗਏ, ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਪਰਮਾਤਮਾ ਦੇ ਨਾਮ ਦਾ ਰੰਗ ਚਾੜ ਲਿਆ, ਸਤ ਸੰਗ ਸਮਾਜੂ। ਤੇ ਉਹ ਕਹਿੰਦੇ ਫਿਰ ਸਤ ਸੰਗਤ ਕਰਦੇ ਨੇ, ਭਲੇ ਪੁਰਸ਼ਾਂ ਦੀ ਸੰਗਤ ਕਰਦੇ ਨੇ, ਸੰਤ ਜਨਾਂ ਦੀ ਸ਼ਰਨ ਦੇ ਵਿੱਚ ਆਉਂਦੇ ਨੇ। ਸਿਮਰਨ ਬਿਨਾ, ਪਰਮਾਤਮਾ ਦੇ ਸਿਮਰਨ ਤੋਂ ਬਗੈਰ ਅੰਤ ਨਹਿ ਕਾਜੂ, ਤੇ ਉਹਨਾਂ ਨੂੰ ਹੋਰ ਕੋਈ ਵੀ ਕੰਮ ਚੰਗਾ ਨਹੀਂ ਲੱਗਦਾ। ਜਿਹੜੇ ਅਸਲ ਦੇ ਵਿੱਚ ਪਰਮਾਤਮਾ ਦੇ ਨਾਮ ਦੀ ਸਿਮਰਨ ਦੀ ਬਰਕਤ ਨੂੰ ਸਮਝ ਗਏ ਨਾ, ਤੇ ਸਿਮਰਨ ਦੇ ਨਾਲ ਜੀਵਨ ਦੇ ਵਿੱਚ ਕਿਹੋ ਜਿਹੀ ਤਬਦੀਲੀ ਆਉਂਦੀ, ਸਿਮਰਨ ਦੇ ਨਾਲ ਮਨ ਦੇ ਵਿੱਚ ਕਿਹੋ ਜਿਹਾ ਟਿਕਾ ਆਉਂਦਾ। ਤੇ ਪਾਤਸ਼ਾਹ ਜੀ ਕਹਿੰਦੇ ਫਿਰ ਉਸ ਮਨੁੱਖ ਨੂੰ ਦੁਨਿਆਵੀ ਤੌਰ ਦੇ ਉੱਤੇ ਹੋਰ ਕੋਈ ਵੀ ਕੰਮ ਚੰਗਾ ਨਹੀਂ ਲੱਗਦਾ। ਜਦੋਂ ਕਿਤੇ ਵੀ ਸਮਾਂ ਮਿਲਦਾ ਨਾ, ਤਾਂ ਉਸ ਦਾ ਜੀਵਨ ਮਨ ਇਹੀ ਚਾਹੁੰਦਾ ਵੀ ਮੈਂ ਬਸ ਸਿਮਰਨ ਕਰਦਾ ਰਹਾਂ, ਪਰਮਾਤਮਾ ਦੀ ਬੰਦਗੀ ਕਰਦਾ ਰਹਾਂ। ਤਨ ਮਨ ਸੌਂਪ ਦੀਨ ਨਿਜ ਸਾਈ, ਚਾਕਰ ਪਏ ਏਕ ਲਿਵ ਲਾਈ। ਕਹਿੰਦੇ ਇਸੇ ਤਰ੍ਹਾਂ ਉਹ ਮਨੁੱਖ ਆਪਣਾ ਤਨ ਤੇ ਆਪਣਾ ਮਨ ਪਰਮਾਤਮਾ ਨੂੰ ਸੌਂਪ ਦਿੰਦੇ ਨੇ। ਜਿਹੜੇ ਪਰਮਾਤਮਾ ਦੇ ਨਾਮ ਦੇ ਵਿੱਚ ਰੰਗੇ ਗਏ ਨਾ, ਤੇ ਫਿਰ ਉਹਨਾਂ ਨੂੰ ਆਪਣੇ ਤਨ ਦੀ ਪਰਵਾਹ ਨਹੀਂ ਰਹੀ, ਆਪਣੇ ਮਨ ਦੀ ਪਰਵਾਹ ਨਹੀਂ ਰਹੀ। ਉਹ ਕਹਿੰਦੇ ਪਾਤਸ਼ਾਹ ਜੀ ਇਹ ਸਾਰਾ ਕੁਝ ਤੁਹਾਡਾ ਬਖਸ਼ਿਆ ਹੋਇਆ ਤੇ ਤੁਹਾਨੂੰ ਅਰਪਣ ਕਰਦੇ ਆ।
ਉਹ ਸਾਰਾ ਕੁਝ ਆਪ ਪਰਮਾਤਮਾ ਨੂੰ ਸੌਂਪ ਦਿੰਦੇ ਨੇ ਤੇ ਫਿਰ ਕਰਦੇ ਨੇ ਚਾਕਰ ਪਏ ਏਕ ਲਿਵਲਾਈ, ਤੇ ਕਹਿੰਦੇ ਆਪਣੇ ਪ੍ਰਭੂ ਨਾਲ ਹਰ ਵੇਲੇ ਲਿਵਲਾਈ ਰੱਖਦੇ ਨੇ, ਹਮੇਸ਼ਾ ਆਪਣੇ ਪਰਮਾਤਮਾ ਦੀ ਚਾਕਰੀ ਕਰਦੇ ਨੇ, ਉਸ ਦੇ ਸੇਵਕ ਬਣ ਕੇ ਰਹਿੰਦੇ ਨੇ, ਉਸ ਦੇ ਦਾਸ ਬਣ ਕੇ ਰਹਿੰਦੇ ਨੇ। ਤਿੰਨ ਕੇ ਪਦ ਪੰਕਜ ਮੈਂ ਤੂਰੀ, ਗੁਣ ਨਾ ਏਕ ਔਗਣ ਬਹੁ ਪੂਰੀ। ਹੁਣ ਪਾਤਸ਼ਾਹ ਜੀ ਉਸ ਮੌਲਵੀ ਨੂੰ ਕਹਿੰਦੇ ਨੇ ਵੀ ਤੂੰ ਮੈਨੂੰ ਪਰਮਾਤਮਾ ਦਾ ਰੂਪ ਜਾਣਦਾ ਹੈ ਨਾ, ਤੂੰ ਕਹਿੰਦਾ ਵੀ ਮੈਂ ਤੁਹਾਨੂੰ ਅੱਲਾ ਦਾ ਰੂਪ ਕਰਕੇ ਜਾਣਿਆ। ਤੇ ਹੁਣ ਪਾਤਸ਼ਾਹ ਜੀ ਕਹਿੰਦੇ ਜਿਹੜੇ ਪਰਮਾਤਮਾ ਦੇ ਨਾਮ ਦੀ ਆਰਾਧਨਾ ਕਰਦੇ ਨੇ, ਜਿਹੜੇ ਪਰਮਾਤਮਾ ਦੇ ਸੇਵਕ ਨੇ ਨਾ, ਕਹਿੰਦੇ ਮੈਂ ਤਾਂ ਉਹਨਾਂ ਦੇ ਚਰਨਾਂ ਦੀ ਧੂੜ ਆ, ਮੈਂ ਤਾਂ ਉਹਨਾਂ ਦੇ ਚਰਨਾਂ ਦੀ ਧੂੜ ਬਣ ਕੇ ਰਹਿਣਾ ਚਾਹੁੰਦਾ ਆ। ਗੁਣ ਨਾ ਏਕ ਔਗਣ ਬਹੁ ਪੂਰੀ, ਕਹਿੰਦੇ ਮੇਰੇ ਵਿੱਚ ਇੱਕ ਵੀ ਗੁਣ ਨਹੀਂ ਤੇ ਮੇਰੇ 'ਚ ਔਗਣ ਬਹੁਤ ਨੇ, ਮੈਂ ਬਹੁਤ ਔਗਣਾਂ ਦਾ ਭਰਿਆ ਹੋਇਆ ਆ, ਤੇ ਮੈਂ ਤਾਂ ਉਹਨਾਂ ਦੇ ਚਰਨਾਂ ਦੀ ਧੂੜ ਬਰਾਬਰ ਹਾਂ ਜਿਹੜੇ ਪਰਮਾਤਮਾ ਦੇ ਸੇਵਕ ਨੇ। ਤੂੰ ਮੈਨੂੰ ਪਰਮਾਤਮਾ ਦਾ ਰੂਪ ਦੱਸ ਰਿਹਾ ਹੈ। ਕਰੁਣਾ ਕਰ ਸਾਧੂ, ਬਖਸ਼ੇ ਮੈਂ ਜੋ ਗਰਭ ਅਪਰਾਧੂ। ਤੇ ਹੁਣ ਪਾਤਸ਼ਾਹ ਜੀ ਉਸ ਪਰਮਾਤਮਾ ਦੇ ਅੱਗੇ ਅਰਜ਼ੋਈ ਕਰਦੇ ਨੇ, ਕਹਿੰਦੇ ਹੇ ਕਿਰਪਾ ਦੀ ਖਾਨ, ਹੇ ਕਿਰਪਾਲੂ ਪ੍ਰਭੂ ਜੀ ਮੇਰੇ ਤੇ ਕਿਰਪਾ ਕਰੋ, ਬਖਸ਼ੇ ਮੈਂ ਜੋ ਗਰਭ ਅਪਰਾਧੂ। ਕਹਿੰਦੇ ਮੈਂ ਬਹੁਤ ਵੱਡਾ ਅਪਰਾਧੀ ਹਾਂ, ਮੈਂ ਬਹੁਤ ਵੱਡਾ ਅਪਰਾਧੀ ਹਾਂ, ਤੇ ਮੇਰੇ ਤੇ ਦਇਆ ਕਰੋ, ਮੇਰੇ ਤੇ ਤਰਸ ਕਰੋ ਤੇ ਮੈਨੂੰ ਬਖਸ਼ ਲਵੋ। ਮੌਲਵੀ ਨੇ ਤਾਂ ਪਾਤਸ਼ਾਹ ਜੀ ਨੂੰ ਰੱਬ ਦਾ ਰੂਪ ਜਾਣਿਆ ਤੇ ਉਹਨਾਂ ਨੂੰ ਰੱਬ ਸਮਝਦਾ ਹੈ, ਤੇ ਉਹਨਾਂ ਦੀ ਬੰਦਗੀ ਕਰਨ ਨੂੰ ਤਿਆਰ ਹੋ ਗਿਆ ਤੇ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜ ਗਿਆ। ਲਿਵ ਉਸ ਦੀ ਪਰਮਾਤਮਾ ਦੇ ਨਾਲ ਜੁੜਨ ਵਾਲੇ ਪਾਤਸ਼ਾਹ ਜੀ ਨੇ। ਤੇ ਪਰ ਪਾਤਸ਼ਾਹ ਜੀ ਆਪਣੇ ਮਨ ਦੇ ਵਿੱਚ ਆਪਣੇ ਮਨ 'ਚ ਹੰਕਾਰ ਨਹੀਂ ਪੈਦਾ ਕਰਦੇ ਕਿ ਮੈਨੂੰ ਦੁਨੀਆ ਰੱਬ ਕਰਕੇ ਜਾਣਦੀ ਹੈ, ਦੁਨੀਆ ਮੈਨੂੰ ਰੱਬ ਕਰਕੇ ਪੂਜਣਾ ਸ਼ੁਰੂ ਕਰ ਰਹੀ ਹੈ। ਤੇ ਪਾਤਸ਼ਾਹ ਜੀ ਫਿਰ ਉਸ ਪਰਮਾਤਮਾ ਦੇ ਅੱਗੇ ਅਰਜ਼ੋਈ ਕਰਦੇ ਨੇ, ਕਹਿੰਦੇ ਮੈਂ ਤਾਂ ਬਹੁਤ ਵੱਡਾ ਅਪਰਾਧੀ ਹਾਂ, ਮੇਰੇ ਤੇ ਤਰਸ ਕਰੋ, ਮੇਰੇ ਤੇ ਕਿਰਪਾ ਕਰੋ ਤੇ ਮੈਨੂੰ ਬਖਸ਼ ਲਵੋ। ਅਦਕ ਨਮਰਤਾ ਕੇ ਸੁਣ ਬੈਨਾ, ਭਈ ਮੁਲਾਨੇ ਕੇ ਮਨ ਚੈਨਾ। ਤੇ ਜਦੋਂ ਪਾਤਸ਼ਾਹ ਜੀ ਦੇ ਇਹ ਬਚਨ ਸੁਣੇ ਨਾ ਮੌਲਵੀ ਨੇ, ਤੇ ਕੋਈ ਮਨੁੱਖ ਪਰਮਾਤਮਾ ਦਾ ਨਾਮ ਜਪਾ ਰਿਹਾ, ਇੰਨੀ ਛੋਟੀ ਉਮਰ ਦੇ ਵਿੱਚ ਵਡਿਆਈ ਮਿਲ ਰਹੀ, ਤੇ ਸਾਰੀ ਦੁਨੀਆ ਜਿਹੜਾ ਵੀ ਉਹਨਾਂ ਦੇ ਬਚਨ ਸਰਵਣ ਕਰ ਰਹੀ ਹੈ, ਉਹ ਬਚਨ ਸਰਵਣ ਕਰਕੇ ਉਹਨਾਂ ਨੂੰ ਰੱਬ ਰੂਪ ਜਾਣਦੀ ਹੈ। ਤੇ ਕੀ ਕਹਿੰਦੇ ਪਰ ਇਹਨਾਂ ਦੇ ਜਿਹੜੇ ਨਿਮਰਤਾ ਭਰੇ ਬਚਨ ਸੁਣੇ ਨੇ ਨਾ, ਇਹ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਆਪਣੇ ਮਨ ਦੇ ਵਿੱਚ ਇਹੀ ਰੱਖਦੇ ਨੇ ਵੀ ਮੈਂ ਬਹੁਤ ਵੱਡਾ ਅਪਰਾਧੀ ਹਾਂ, ਮੈਂ ਬਹੁਤ ਅਪਰਾਧ ਕੀਤੇ ਨੇ, ਤੇ ਪਰਮਾਤਮਾ ਦੇ ਅੱਗੇ ਫਿਰ ਵੀ ਬੇਨਤੀ ਕਰਦੇ ਨੇ ਵੀ ਮੈਨੂੰ ਬਖਸ਼ ਲਓ, ਮੇਰੇ ਗੁਨਾਹਾਂ ਨੂੰ ਮਾਫ ਕਰੋ। ਤੇ ਜਦੋਂ ਮੌਲਵੀ ਨੇ ਭਈ ਮੁਲਾਨੇ ਕੇ ਮਨ ਚੈਨਾ, ਤੇ ਮੌਲਵੀ ਨੇ ਜਦੋਂ ਇਹ ਪਾਤਸ਼ਾਹ ਜੀ ਦੇ ਬਚਨ ਸੁਣੇ ਨਾ, ਉਸ ਦੇ ਮਨ ਨੂੰ ਜਿਹੜਾ ਸੀ ਸਕੂਨ ਆਇਆ, ਮਨ ਦੇ ਵਿੱਚ ਚੈਨ ਆ ਗਿਆ। ਹਵੈ ਕਰ ਦੀਨ ਜੋਰ ਜੁਗ ਹਾਥਾ, ਕਹਿਓ ਮੋਹ ਅਬ ਕਰੋ ਸੁਨਾਥਾ। ਤੇ ਹੁਣ ਦੋਵੇਂ ਹੱਥ ਜੋੜ ਕੇ ਮੌਲਵੀ ਫਿਰ ਪਾਤਸ਼ਾਹ ਜੀ ਦੇ ਸਨਮੁਖ ਖੜਾ ਹੋ ਗਿਆ, ਉਹਨਾਂ ਦੇ ਚਰਨਾਂ ਦੇ ਵਿੱਚ ਢਹਿ ਪਿਆ, ਤੇ ਪਾਤਸ਼ਾਹ ਜੀ ਮੈਨੂੰ ਨਿਹਾਲ ਕਰੋ, ਮੈਨੂੰ ਗਿਆਨ ਬਖਸ਼ਿਸ਼ ਕਰੋ। ਹੋਰ ਤੁਹਾਡੇ ਵਿੱਚ ਇਹ ਵੀ ਗੁਣ ਮੈਂ ਦੇਖਿਆ ਵੀ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਤੁਹਾਡੇ ਅੰਦਰ ਨਿਮਰਤਾ ਭਾਵਨਾ ਹੈ, ਫਿਰ ਵੀ ਤੁਸੀਂ ਆਖਦੇ ਹੋ ਵੀ ਮੇਰੇ 'ਚ ਇੱਕ ਵੀ ਗੁਣ ਨਹੀਂ, ਮੈਂ ਔਗਣਾਂ ਦਾ ਭਰਿਆ ਹੋਇਆ, ਮੈਂ ਬਹੁਤ ਅਪਰਾਧੀ ਹਾਂ, ਬਹੁਤ ਵੱਡਾ ਅਪਰਾਧੀ ਹਾਂ, ਤੇ ਤੁਸੀਂ ਫਿਰ ਵੀ ਪਰਮਾਤਮਾ ਦੇ ਅੱਗੇ ਅਰਜ਼ੋਈ ਕਰਦੇ ਆਖਦੇ ਹੋ ਵੀ ਮੈਨੂੰ ਬਖਸ਼ ਲਵੋ। ਜਦੋਂ ਮੌਲਵੀ ਇਹ ਸਾਰਾ ਕੁਝ ਸੁਣਦਾ ਨਿਹਾਲ ਹੋ ਜਾਂਦਾ, ਮਨ ਦੇ ਵਿੱਚ ਸਕੂਨ ਆ ਜਾਂਦਾ, ਕਿਉਂਕਿ ਅੱਜ ਤੱਕ ਮੌਲਵੀ ਨੇ ਆਪਣੇ ਆਪ ਨੂੰ ਮੱਥੇ ਟਿਕਾਏ ਹੋਣੇ ਆ। ਸਕੂਲਾਂ ਦੇ ਵਿੱਚ ਪੜ੍ਹਾ ਰਿਹਾ ਨਾ, ਆਮ ਤੌਰ ਦੇ ਉੱਤੇ ਜਿਹੜੇ ਪੜ੍ਹਾਉਂਦੇ ਸਨ ਉਹ ਧਾਰਮਿਕ ਆ ਕੋਈ ਪੜ੍ਹਾਈ ਕਰਾਉਂਦੇ ਸਨ, ਧਾਰਮਿਕ ਵਿੱਦਿਆ ਹਾਸਲ ਕਰਾਉਂਦੇ ਸਨ ਮਦਰਸਿਆਂ ਦੇ ਵਿੱਚ। ਤੇ ਅੱਜ ਤੱਕ ਤਾਂ ਮੌਲਵੀ ਨੇ ਆਪਣੀ ਹੀ ਪੂਜਾ ਕਰਾਈ। ਇਹ ਦੇਖਿਆ ਵੀ ਜਦੋਂ ਉਸ ਨੂੰ ਵੀ ਗਿਆਨ ਬਖਸ਼ਣ ਵਾਲਾ ਆ ਗਿਆ, ਤੇ ਆ ਕੇ ਫਿਰ ਵੀ ਆਖ ਰਿਹਾ ਵੀ ਮੈਂ ਤਾਂ ਬਹੁਤ ਵੱਡਾ ਅਪਰਾਧੀ ਹਾਂ। ਇਹ ਵੀ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਗੁਣ ਹੁੰਦਾ ਜੀ। ਸਭ ਕੁਝ ਹੋਣ ਦੇ ਬਾਵਜੂਦ ਵੀ ਨਾ ਢਹਿ ਪੈਣਾ, ਸਭ ਕੁਝ ਹੋਣ ਦੇ ਬਾਵਜੂਦ ਵੀ ਪਰਮਾਤਮਾ ਦੀ ਸ਼ਰਨ ਦੇ ਵਿੱਚ ਰਹਿਣਾ, ਉਸ ਦੀ ਰਜ਼ਾ ਦੇ ਵਿੱਚ ਰਹਿਣਾ, ਇਹ ਵੀ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਗੁਣ ਹੈ। ਤੇ ਪਰ ਪਾਤਸ਼ਾਹ ਜੀ ਦੇ ਕੋਲ ਇਹ ਗੁਣ ਸੀ, ਕਿਉਂ? ਕਿਉਂਕਿ ਪਰਮਾਤਮਾ ਦਾ ਰੂਪ ਆਏ ਸਨ, ਇਹ ਪਰਮਾਤਮਾ ਦੇ ਹੀ ਗੁਣ ਹੁੰਦੇ ਨੇ। ਢਹਿ ਪੈਣਾ, ਸ਼ਰਨ ਆਉਣਾ, ਆਪਣਾ ਆਪ ਸਮਰਪਣ ਕਰਨਾ। ਤੇ ਪਾਤਸ਼ਾਹ ਜੀ ਫਿਰ ਵੀ ਅਰਜ਼ੋਈ ਕਰਦੇ ਨੇ, ਬੇਨਤੀ ਕਰਦੇ ਨੇ ਵੀ ਮੈਨੂੰ ਬਖਸ਼ ਲਿਓ, ਮੈਂ ਬਹੁਤ ਵੱਡਾ ਅਪਰਾਧੀ ਹਾਂ। ਸ਼ਿਮੋ ਬਚਨ ਚੋ ਸਨਮੁਖ ਭਾਖੇ,
ਹੋ ਅਣਜਾਣ ਢੀਠ ਥਾ ਰਾਖੇ। ਹੁਣ ਮੌਲਵੀ ਵੀ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਢਹਿ ਕੇ ਆਖਦਾ ਹੈ, ਕਹਿੰਦਾ ਮੈਨੂੰ क्षमा ਕਰੋ, ਮੈਨੂੰ ਮਾਫ ਕਰੋ। ਕਹਿੰਦਾ ਮੈਂ ਵੀ ਤੁਹਾਨੂੰ ਪਹਿਲਾਂ ਬਹੁਤ ਕੁਝ ਆਖਿਆ ਸੀ, ਮੈਂ ਵੀ ਤੁਹਾਨੂੰ ਝਿੜਕਿਆ ਸੀ, ਤੁਹਾਨੂੰ ਝਿੜਕਾਂ ਮਾਰੀਆਂ ਸਨ, ਤੁਹਾਨੂੰ ਖਿਜਿਆ ਸੀ, ਗੁੱਸੇ ਬਸ ਆ ਕੇ ਤੁਹਾਨੂੰ ਬਹੁਤ ਅਪਸ਼ਬਦ ਵੀ ਬੋਲੇ ਸਨ। ਹੋ ਅਣਜਾਣ ਢੀਠ ਥਾ ਰਾਖੇ। ਤੇ ਜਿਹੜਾ ਮੈਂ ਤੁਹਾਡੇ ਸਾਹਮਣੇ ਬੇਸਮਝੀ ਬਸ ਪੈ ਕੇ ਤੁਹਾਨੂੰ ਸਾਰਾ ਕੁਝ ਬੋਲਿਆ, ਤੁਹਾਨੂੰ ਢੀਠਤਾ ਵਿਖਾਈ ਸੀ, ਤੇ ਮੈਨੂੰ ਕਿਰਪਾ ਕਰਕੇ ਮੈਨੂੰ ਵੀ ਹੁਣ ਮਾਫ ਕਰ ਦਿਓ। ਜੋ ਤੁਮਰੇ ਮਨ ਨਿਸ਼ਚਾ ਗੂੜਾ, ਕੋ ਲਖ ਸਕੇ ਜਗਤ ਨਰ ਮੂੜਾ। ਕਹਿੰਦੇ ਜੋ ਤੁਹਾਡੇ ਮਨ ਦੇ ਵਿੱਚ ਗੂੜਾ ਨਿਸ਼ਚਾ ਹੈ ਨਾ, ਤੇ ਉਸ ਨੇ ਜਿਹੜਾ ਤੁਹਾਡੇ ਮਨ ਦੇ ਵਿੱਚ ਇਹ ਧਾਰਨ ਕੀਤਾ ਹੋਇਆ ਹੈ ਨਾ ਵੀ ਸਮਾਜ ਦੇ ਵਿੱਚ ਸਾਰਾ ਕੁਝ ਝੂਠਾ ਹੀ ਹੈ, ਚਾਹੇ ਉਹ ਕਿਸੇ ਦੇ ਨਾਲ ਵੀ ਪ੍ਰੀਤ ਪਾਈ ਹੋਵੇ, ਪਰਮਾਤਮਾ ਦੇ ਨਾਮ ਤੋਂ ਬਿਨਾਂ ਬਾਕੀ ਸਭ ਪ੍ਰੀਤਾਂ ਝੂਠੀਆਂ ਨੇ। ਪਾਤਸ਼ਾਹ ਜੀ ਨੂੰ ਮੌਲਵੀ ਆਖਦਾ ਵੀ ਜਿਹੜਾ ਤੁਸੀਂ ਮਨ ਦੇ ਵਿੱਚ ਇਹ ਨਿਸ਼ਚਾ ਧਾਰਨ ਕੀਤਾ ਹੈ ਨਾ, ਅਸਲ ਦੇ ਵਿੱਚ ਤੁਸੀਂ ਮੂਰਖ ਪੁਰਸ਼ ਨੂੰ, ਜਿਹੜੇ ਮੂਰਖ ਮਨੁੱਖ ਨੇ ਨਾ, ਉਹਨਾਂ ਨੂੰ ਅਸਲ ਦੇ ਵਿੱਚ ਸ਼ੀਸ਼ਾ ਦਿਖਾ ਰਹੇ ਹੋ, ਉਹਨਾਂ ਦਾ ਅਸਲੀ ਚਿਹਰਾ ਦਿਖਾ ਰਹੇ ਹੋ ਵੀ ਭਲਿਆ ਮਨੁੱਖਾ, ਜੀਵਨ ਤੇਰਾ ਕਿਸ ਵਾਸਤੇ ਬਿਸਰ ਹੋਣਾ ਚਾਹੀਦਾ ਸੀ, ਪਰ ਤੂੰ ਕਿਸ ਕਾਰਜ ਦੇ ਲਈ ਲੱਗਾ। ਹੁਣ ਮੌਲਵੀ ਪਾਤਸ਼ਾਹ ਜੀ ਨੂੰ ਬਚਨ ਸਰਵਣ ਕਰਾ ਦਿਓ। ਮੌਲਵੀ ਪਾਤਸ਼ਾਹ ਜੀ ਨੂੰ ਆਖਦਾ, ਨਾਲੇ ਬੇਨਤੀ ਕਰਦਾ ਤੇ ਨਾਲੇ ਆਖਦਾ ਹੈ ਵੀ ਮੈਨੂੰ ਮਾਫ ਕਰ ਦਿਓ, ਮੈਂ ਵੀ ਤੁਹਾਨੂੰ ਬਹੁਤ ਅਪਸ਼ਬਦ ਬੋਲੇ ਸਾਂ। ਇੱਥੋਂ ਤੱਕ ਦਾ ਪ੍ਰਸੰਗ ਅਸੀਂ ਅੱਜ ਦੇ ਦੀਵਾਨਾਂ ਦੇ ਵਿੱਚ ਸਰਵਣ ਕਰ ਚੁੱਕੇ ਹਾਂ। ਰਹਿੰਦਾ ਪ੍ਰਸੰਗ ਅਸੀਂ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। ਗੁਰੂ ਕਿਰਪਾ ਕਰੇ ਸਾਡੇ ਅੰਦਰ ਵੀ ਪਾਤਸ਼ਾਹ ਜੀ ਦੇ ਵਾਂਗ ਨਿਮਰਤਾ ਭਾਵਨਾ, ਚੰਗਿਆਈ ਵਾਲੇ ਗੁਣ ਆ ਜਾਣ, ਤਾਂ ਜੋ ਸਾਡਾ ਵੀ ਜੀਵਨ ਗੁਰੂ ਅਨੁਸਾਰੀ ਬਤੀਤ ਹੋਣਾ ਸ਼ੁਰੂ ਹੋ ਜਾਵੇ। ਇਹ ਨਿਮਰਤਾ ਭਰੇ ਗੁਣ ਸਾਡੇ ਜੀਵਨ ਵਿੱਚ ਤਾਂ ਹੀ ਆਉਣਗੇ ਜੇਕਰ ਅਸੀਂ ਪਰਮਾਤਮਾ ਦੀ ਬੰਦਗੀ ਕਰਾਂਗੇ, ਨਾਮ ਬਾਣੀ ਦੇ ਨਾਲ ਜੁੜਾਂਗੇ, ਨਾਮ ਸਿਮਰਨ ਦੇ ਨਾਲ ਆਪਣੀ ਲਿਵ ਨੂੰ ਜੋੜਾਂਗੇ। ਗੁਰੂ ਕਿਰਪਾ ਕਰੇ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।